Good morning students. Today we discuss about chapter 1 Earth as a member of solar system, part 1, subject SST, class 6th. When you look at clear sky at night, you will observe the shining moon, small and big sized star. ਰਾਤ ਦੇ ਸਮੇਂ ਜਦੋਂ ਤੁਸੀਂ ਕਲੀਅਰ ਆਕਾਸ਼ ਦੇ ਵੱਲ ਦੇਖਦੇ ਹੋ ਤਾਂ ਤੁਹਾਨੂੰ ਚੰਦਰਮਾ, ਵੱਡੇ ਛੋਟੇ ਤਾਰੇ ਚਮਕਦੇ ਹੋਏ ਦਿਖਾਈ ਦਿੰਦੇ ਨੇ। ਜਦੋਂ ਇਹਨਾਂ ਨੂੰ ਨਜ਼ਦੀਕ ਤੋਂ ਦੇਖਿਆ ਜਾਂਦਾ ਹੈ ਤਾਂ ਤਾਰੇ ਜਾਂ ਮੂਨ ਆ ਇਹ ਕੀ ਆ ਘੁੰਮਦੇ ਹੋਏ ਮੂਵ ਕਰਦੇ ਹੋਏ ਦਿਖਾਈ ਦਿੰਦੇ ਨੇ। ਜਦੋਂ ਐਸਟਰੋਨੌਟਸ ਸਪੇਸ ਦੇ ਵਿੱਚ ਪਹੁੰਚੇ, ਐਸਟਰੋਨੌਟਸ ਦਾ ਪੁਲਾੜ ਯਾਤਰੀ ਸਪੇਸ ਅੰਤਰਿਕਸ਼, ਉਹਨਾਂ ਨੂੰ ਧਰਤੀ ਵੀ ਇੱਕ ਚਮਕਦੀ ਹੋਈ ਦਿਖਾਈ ਦਿੱਤੀ। ਹੁਣ ਤੁਹਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਕੁਐਸਚਨ ਪਹਿਲਾਂ ਤੁਸੀਂ ਹਰ ਰੋਜ਼ ਸੂਰਜ ਨੂੰ ਚੜ੍ਹਦਾ ਅਤੇ ਛਿਪਦਾ ਦੇਖਦੇ ਹੋ, ਜਿਹਦੇ ਨਾਲ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਨੇ ਉਹ ਉਤਪੰਨ ਹੁੰਦੇ ਨੇ, ਪੈਦਾ ਹੁੰਦੇ ਨੇ। ਇਸ ਬਾਰੇ ਅਸੀਂ ਅੱਜ ਡਿਸਕਸ ਕਰਾਂਗੇ। ਫਸਟ ਹੈ ਯੂਨੀਵਰਸ। ਦਾ ਸਨ, ਦਾ ਪਲੈਨਟ, ਦਾ ਅਰਥ, ਦਾ ਮੂਨ ਐਂਡ ਸਮॉल ਬਿਗ ਸਟਾਰਜ਼, ਡਸਟ, ਗੈਸਿਸ ਐਗਜ਼ੈਕਟਰਾ ਆਲ ਆਰ ਪ੍ਰੈਜੈਂਟ ਇਨ ਦਾ ਯੂਨੀਵਰਸ। ਯੂਨੀਵਰਸ ਦਾ ਬ੍ਰਹਿਮੰਡ, ਜਿਹੜਾ ਸਨ ਆ, ਪਲੈਨਟ ਆ, ਅਰਥ, ਮੂਨ, ਵੱਡੇ ਛੋਟੇ ਸਟਾਰਸ ਨੇ, ਸਾਰੇ ਕਾਹਦੇ ਵਿੱਚ ਆਉਂਦੇ ਨੇ? ਸਾਡੇ ਯੂਨੀਵਰਸ ਦੇ ਵਿੱਚ। ਯੂਨੀਵਰਸ ਇੰਨਾ ਵੱਡਾ ਆ ਕਿ ਉਸਦੀ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ, ਕਲਪਨਾ ਵੀ ਨਹੀਂ ਕਰ ਸਕਦੇ। ਅੱਗੇ ਦਿੱਤੀ ਹੋਈ ਡਾਇਗਰਾਮ ਦੇਖੋ। ਫਸਟ ਹੈ ਯੂਨੀਵਰਸ, ਮਿਲਕੀ ਵੇ, ਗਲੈਕਸੀ, ਆਕਾਸ਼ ਗੰਗਾ, ਸੋਲਰ ਸਿਸਟਮ। ਸੋਲਰ ਸਿਸਟਮ ਜਿਹਨੂੰ ਅਸੀਂ ਸੂਰਜੀ ਪਰਿਵਾਰ ਵੀ ਕਹਿ ਸਕਦੇ ਹਾਂ। ਪਲੈਨਟ ਐਂਡ ਸੈਟੇਲਾਈਟਸ, ਪਲੈਨਟ ਗ੍ਰਹਿ, ਸੈਟੇਲਾਈਟਸ ਉਪਗ੍ਰਹਿ, ਐਸਟਰੋਇਡਸ ਛੋਟੇ ਤਾਰੇ, ਕੋਮੇਟਸ ਧੂਮਕੇਤੂ ਜਾਂ ਪੂਛਲ ਤਾਰੇ, ਮੈਟਾਰਸ ਉਲਕਾ ਐਂਡ ਮੈਟੋਰਾइट्स उल्का पिंड। द सन, द प्लैनेट, द सैटेलाइट्स, द मून एंड इननंबरेबल स्मॉल एंड बिग साइज स्टार्स आर नाउन एज सेलेस्टियल एंड हैवनली बॉडीज। सन आ, प्लैनेट ने ਜਾਂ सैटेलाइट्स ने, ਇਹ ਸਾਰੇ ਜਾਂ ਅਣਗਿਣਤ ਜੋ ਤਾਰੇ ਨੇ, ਇਹਨਾਂ ਨੂੰ ਸਾਰਿਆਂ ਨੂੰ ਕੀ ਖਗੋਲੀ ਪਿੰਡ ਕਿਹਾ ਜਾਂਦਾ, ਹੈਵਨਲੀ ਬੋਡੀ ਕਿਹਾ ਜਾਂਦਾ। Space, the word is related to sky. The people who study the space are called as astronomers. ਸਪੇਸ ਜਾਂ ਵਰਡ ਆ, ਇਹ ਸਕਾਈ ਜਾਂ ਅਸਮਾਨ ਦੇ ਨਾਲ ਸੰਬੰਧਿਤ ਆ। ਜਿਹੜੇ ਪੀਪਲ ਨੇ, ਉਹ ਲੋਕ ਜਿਹੜੇ ਕੀ ਨੇ ਸਪੇਸ ਦੇ ਬਾਰੇ ਪੜ੍ਹਾਈ ਕਰਦੇ ਨੇ, ਉਹਨਾਂ ਨੂੰ ਐਸਟਰੋਨੋਮਰਸ ਕਿਹਾ ਜਾਂਦਾ ਆ। ਜਿਸ ਤਰ੍ਹਾਂ ਕਲਪਨਾ ਚਾਵਲਾ USA ਦੀ ਪੁਲਾੜ ਯਾਤਰੀ ਜੋ ਭਾਰਤ ਦੇ ਨਾਲ ਸੰਬੰਧਿਤ ਸੀ, ਸਪੇਸ ਦੇ ਵਿੱਚ ਗਈ ਅਤੇ ਵਾਪਸੀ ਦੇ ਸਮੇਂ ਉਸਦੀ ਮੌਤ ਹੋ ਗਈ। ਯੂ ਮਾਈਟ ਬੀ ਥਿੰਕਿੰਗ ਦੈਟ ਆਲ ਦੀਜ਼ ਸੈਲੈਸਟੀਅਲ ਬੋਡੀਜ਼ ਗਲੋ ਵਿਦ ਦੇਅਰ ਆਊਨ ਲਾਈਟ। ਤੁਸੀਂ ਸੋਚਦੇ ਹੋ ਕਿ ਜਿਹੜੇ ਸਾਰੀਆਂ ਖਗੋਲੀ ਵਸਤਾਂ ਨੇ, ਖਗੋਲੀ ਪਿੰਡ ਨੇ, ਆਪਣੀ ਰੌਸ਼ਨੀ ਨਾਲ ਚਮਕਦੇ ਨੇ, ਜਦ ਕਿ ਅਜਿਹਾ ਨਹੀਂ ਹੈ। ਕੁਝ ਖਗੋਲੀ ਪਿੰਡ ਇੱਦਾਂ ਦੇ ਨੇ ਜਿਨ੍ਹਾਂ ਦੀ ਆਪਣੀ ਲਾਈਟ ਨਹੀਂ ਹੁੰਦੀ। ਸੂਰਜ ਆ ਜਿਹੜਾ ਧਰਤੀ ਦੇ ਸਭ ਤੋਂ ਜ਼ਿਆਦਾ ਨਜ਼ਦੀਕ ਆ, ਜਿਸ ਦੇ ਕਾਰਨ ਇਹ ਬਹੁਤ ਵੱਡਾ ਦਿਖਾਈ ਦਿੰਦਾ ਆ। ਜਦੋਂ ਸਪੇਸ ਦੇ ਵਿੱਚੋਂ ਜਾ ਕੇ ਧਰਤੀ ਨੂੰ ਦੇਖਿਆ ਜਾਂਦਾ ਤਾਂ ਇਹ ਕੀ ਆ, ਤੁਹਾਨੂੰ ਚਮਕਦੀ ਹੋਈ ਦਿਖਾਈ ਦੇਊਗੀ। ਜੋ ਧਰਤੀ ਆ ਕਿਸ ਤਰ੍ਹਾਂ ਚਮਕਦੀ ਆ? ਸੂਰਜ ਦੀ ਰੋਸ਼ਨੀ ਦੇ ਨਾਲ। ਹੁਣ ਜਿਹੜੀ ਇਨ ਦਾ ਸਾਇੰਟਿਸਟ ਲੈਂਗੁਏਜ ਦਾ ਹੈਵਨਲੀ ਬੋਡੀ ਦੈਟ ਗਲੋ ਵਿਦ ਦੇਅਰ ਆਊਨ ਲਾਈਟ ਆਰ ਕਾਲਡ ਸਟਾਰਜ਼। ਅਗਰ ਸਾਇੰਟਿਸਟ ਦੀ ਲੈਂਗੁਏਜ ਨਾਲ ਦੇਖਿਆ ਜਾਵੇ ਤਾਂ ਉਹ ਖਗੋਲੀ ਪਿੰਡ ਜਿਨ੍ਹਾਂ ਦੀ ਆਪਣੀ ਲਾਈਟ ਹੁੰਦੀ ਆ ਉਹਨਾਂ ਨੂੰ ਸਟਾਰ ਕਿਹਾ ਜਾਂਦਾ, ਜਿਨ੍ਹਾਂ ਦੇ ਵਿੱਚ ਸੂਰਜ ਵੀ ਸ਼ਾਮਲ ਆ। ਆਫਟਰ ਕਲੋਜ਼ਲੀ observing the sky full of stars at night, you will find many forms made by stars in the sky looking like animals or humans. ਜਦੋਂ ਤਾਰਿਆਂ ਭਰੀ ਰਾਤ ਨੂੰ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੇ ਫੋਰਮ ਦਿਖਾਈ ਦਿੰਦੀਆਂ ਨੇ, ਕਈ ਤਰ੍ਹਾਂ ਦੀਆਂ ਆਕ੍ਰਿਤੀਆਂ ਬਣੀਆਂ ਹੋਈਆਂ ਦਿਖਾਈ ਦਿੰਦੀਆਂ ਨੇ, ਜੋ ਕਿਸ ਤਰ੍ਹਾਂ ਹੁੰਦੀਆਂ ਨੇ? ਕਿਸੇ ਐਨੀਮਲ ਦੀ ਤਰ੍ਹਾਂ ਜਾਂ ਕਿਸੇ ਹਿਊਮਨ ਦੀ ਤਰ੍ਹਾਂ। ਇਹ ਕੀ ਹੁੰਦਾ? ਤਾਰਿਆਂ ਦਾ ਗਰੁੱਪ ਹੁੰਦਾ, ਤਾਰਾ ਝੁੰਡ ਹੁੰਦਾ ਆ। ਜਿਸ ਤਰ੍ਹਾਂ ਸਪਤਰਿਸ਼ੀ ਆ, ਸਭ ਤੋਂ ਪੁਰਾਣਾ ਜਿਹੜਾ ਤਾਰਾ ਝੁੰਡ ਮੰਨਿਆ ਜਾਂਦਾ ਆ ਇਹ। ਅਤੇ ਇਹਦੇ ਵਿੱਚ ਕੀ ਨੇ? 7 ਤਾਰੇ ਨੇ, 7 ਤਾਰੇ ਨੇ, ਜੋ ਇੱਕ ਵੱਡੇ ਭਾਲੂ ਦੀ ਜਿਹੜੀ ਗ੍ਰੇਟ ਬੀਅਰ ਦੀ ਆਕ੍ਰਿਤੀ ਬਣਾਉਂਦੇ ਨੇ। ਆਲ ਦੀ ਸਟਾਰਸ ਆਰ ਵੈਰੀ ਫਾਰ ਫਰੋਮ ਦਾ ਅਰਥ। ਇਹ ਜਿਹੜੇ ਤਾਰੇ ਨੇ ਧਰਤੀ ਤੋਂ ਬਹੁਤ ਜ਼ਿਆਦਾ ਦੂਰ ਨੇ, ਇਸ ਕਰਕੇ ਸਾਨੂੰ ਇਹ ਚਮਕਦੇ ਟਿਮਟਿਮਾਉਂਦੇ ਹੋਏ ਦਿਖਾਈ ਦਿੰਦੇ ਨੇ। ਟਿਮਟਿਮਾਉਂਦੇ ਇਸ ਕਾਰਨ ਨੇ ਕਿਉਂਕਿ ਜਿਹੜੀ ਇਹਨਾਂ ਦੀ ਲਾਈਟ ਆ ਧਰਤੀ ਦੇ ਉੱਪਰ ਪਹੁੰਚਣ ਤੋਂ ਪਹਿਲਾਂ ਹਵਾ ਦੀਆਂ ਕਈ ਲੇਅਰਾਂ ਦੇ ਵਿੱਚੋਂ ਹੋ ਕੇ ਗੁਜ਼ਰਦੀ ਆ, ਜਿਹਦੇ ਕਾਰਨ ਸਾਨੂੰ ਟਿਮਟਿਮਾਉਂਦੇ ਦਿਖਦੇ ਨੇ। ਔਰ ਜਿਹੜੀ ਤਾਰਿਆਂ ਦੀ ਡਿਸਟੈਂਸ ਆ, ਸਟਾਰਸ ਦੀ ਡਿਸਟੈਂਸ ਆ ਧਰਤੀ ਤੋਂ, ਉਹਨੂੰ ਕਿਲੋਮੀਟਰਾਂ ਦੇ ਵਿੱਚ ਅਸੀਂ ਨਹੀਂ ਨਾਪ ਸਕਦੇ। ਇਸ ਕਰਕੇ ਜਿਹੜਾ ਲਾਈਟ ਯੀਅਰ ਯੂਜ਼ ਕੀਤਾ ਜਾਂਦਾ। ਲਾਈਟ ਯੀਅਰ ਕੀ ਆ? ਲਾਈਟ ਯੀਅਰ, ਲਾਈਟ ਟਰੈਵਲ 3 ਲੱਖ ਕਿਲੋਮੀਟਰ ਇਨ 1 ਸੈਕਿੰਡ। ਸਟਾਰਸ ਦੀ ਜੋ ਲਾਈਟ ਆ 1 ਸੈਕਿੰਡ ਦੇ ਵਿੱਚ 3 ਲੱਖ ਕਿਲੋਮੀਟਰ ਦੀ ਜਿਹੜੀ ਦੂਰੀ ਆ ਉਹ ਤੈਅ ਕਰਦੀ ਆ। ਹੁਣ ਕੀ ਆ, ਜਿਹੜੀ ਸਟਾਰਸ ਦੀ ਲਾਈਟ ਆ ਧਰਤੀ ਦੇ ਉੱਪਰ ਪਹੁੰਚਣ ਦੇ ਵਿੱਚ ਕਿੰਨਾ ਟਾਈਮ ਲਗਾਉਂਦੀ ਆ, 1 ਸਾਲ ਦੇ ਵਿੱਚ ਕਿੰਨੇ ਕਿਲੋਮੀਟਰ ਦੀ ਦੂਰੀ ਤੈਅ ਕਰਦੀ ਆ, ਕਿੰਨੀ ਤੇਜ਼ੀ ਨਾਲ ਤੈਅ ਕਰਦੀ ਆ, ਉਸ ਨੂੰ ਕਿਹਾ ਜਾਂਦਾ ਲਾਈਟ ਯੀਅਰ। ਯੂ ਕੈਨ ਜੱਜ ਫਰੋਮ ਡੈਫੀਨੇਸ਼ਨ ਆਫ ਲਾਈਟ ਯੀਅਰ ਹਾਊ ਫਾਰ ਦਾ ਸਟਾਰਸ ਆਰ ਫॉर्म ਆਫ ਦਾ ਅਰਥ। ਤੁਸੀਂ ਡੈਫੀਨੇਸ਼ਨ ਤੁਹਾਨੂੰ ਪਤਾ ਹੀ ਲੱਗ ਚੁੱਕੀ ਹੈ ਕਿ ਲਾਈਟ ਯੀਅਰ ਕੀ ਆ, ਅਤੇ ਸਟਾਰਸ ਨੇ ਜਿਹੜੇ ਧਰਤੀ ਤੋਂ ਕਿੰਨੇ ਜ਼ਿਆਦਾ ਦੂਰ ਨੇ। ਔਰ ਜਿਹੜੇ ਸਟਾਰਸ ਨੇ ਧਰਤੀ ਤੋਂ ਇੰਨੀ ਜ਼ਿਆਦਾ ਦੂਰ ਨੇ ਕਈ ਤਾਂ ਕਿ ਜਿਹੜੀ ਇਹਨਾਂ ਦੀ ਲਾਈਟ ਆ ਧਰਤੀ 'ਤੇ ਪਹੁੰਚਣ ਦੇ ਲਈ ਮਿਲੀਅਨ ਸਾਲ ਲੱਗ ਜਾਂਦੇ ਨੇ। ਜਿਹੜਾ ਸੂਰਜ ਆ ਇਹ ਧਰਤੀ ਦੇ ਜ਼ਿਆਦਾ ਨਜ਼ਦੀਕ ਆ, ਜਿਸ ਦੇ ਕਾਰਨ ਕੀ ਆ, ਇਹਦੀ ਜਿਹੜੀ ਰੌਸ਼ਨੀ ਆ ਧਰਤੀ 'ਤੇ 8 ਮਿੰਟ ਦੇ ਵਿੱਚ ਪਹੁੰਚਦੀ ਆ।
Although in the comparison to star, the sun appear very close to the earth and distance is measured in किलोमीटर। बाकी तारिਆਂ ਦੇ ਮੁਕਾਬਲੇ ਜਿਹੜਾ ਸੂਰਜ ਆ ਧਰਤੀ ਦੇ ਜ਼ਿਆਦਾ ਨਜ਼ਦੀਕ ਆ, ਜਿਸ ਦੇ ਕਾਰਨ ਕੀ ਆ ਇਹਦੀ ਜਿਹੜੀ ਡਿਸਟੈਂਸ ਆ ਉਹਨੂੰ ਕਿਲੋਮੀਟਰ ਦੇ ਵਿੱਚ ਮੇਜਰ ਕੀਤਾ ਜਾ ਸਕਦਾ ਆ। ਇੱਕ ਇਹਦੀ ਕੁੱਲ ਡਿਸਟੈਂਸ ਆ ਸਨ ਦੀ ਅਰਥ ਤੋਂ 15 ਕਰੋੜ ਕਿਲੋਮੀਟਰ ਆ। ਔਰ ਕਈ ਸਾਇੰਟਿਸਟ ਇਹ ਮੰਨਦੇ ਨੇ ਕਿ ਆਕਾਸ਼ ਦੇ ਵਿੱਚ ਇੱਦਾਂ ਦੇ ਵੀ ਤਾਰਾ ਝੁੰਡ ਨੇ ਜੋ ਕਿ ਨੇ ਧਰਤੀ ਤੋਂ 200 ਕਰੋੜ ਲਾਈਟ ਈਅਰ ਦੀ ਦੂਰੀ ਦੇ ਉੱਪਰ ਸਥਿਤ ਨੇ। ਔਰ ਸਾਡੇ ਆਕਾਸ਼ ਦੇ ਵਿੱਚ ਜਿਹੜੀਆਂ ਤਾਰੇ ਨੇ ਜਾਂ ਝੁੰਡ ਨੇ ਇਹਨਾਂ ਨੂੰ ਗਲੈਕਸੀਆਂ ਦੇ ਵਿੱਚ ਕਲੈਕਟ ਕੀਤਾ ਜਾਂਦਾ। ਔਰ ਜਿਹੜੀ ਯੂਨੀਵਰਸ ਦੇ ਵਿੱਚ ਕੁੱਲ 6000 ਮਿਲੀਅਨ ਗਲੈਕਸੀਜ਼ ਨੇ ਔਰ 1 ਗਲੈਕਸੀ ਦੇ ਵਿੱਚ 1 ਬਿਲੀਅਨ ਜਿਹੜੇ ਸਟਾਰਸ ਹੁੰਦੇ ਨੇ। ਇਸ ਕਰਕੇ ਇਹਨਾਂ ਨੂੰ ਕੀ ਆ ਜਿਹੜੇ ਸਟਾਰਸ ਨੇ ਅਸੀਂ ਗਿਣ ਨਹੀਂ ਸਕਦੇ, ਇਹਨਾਂ ਦੀ ਗਿਣਤੀ ਨੂੰ ਗਿਣਿਆ ਨਹੀਂ ਜਾ ਸਕਦਾ, ਕਾਊਂਟ ਨਹੀਂ ਕੀਤਾ ਜਾ ਸਕਦਾ। ਜੋ ਸਟਾਰਸ ਨੇ ਗਲੈਕਸੀਜ਼ ਨੇ ਕਿ ਪਲੈਨਟ ਨੇ ਇਹਨੂੰ ਆਕਾਸ਼ ਗੰਗਾ ਕਿਹਾ ਜਾਂਦਾ ਆ। ਔਰ 8 ਪਲੈਨਟ ਔਰ ਸਨ ਮਿਲ ਕੇ ਸੋਲਰ ਸਿਸਟਮ ਬਣਾਉਂਦਾ ਆ। ਲੈਟ ਅਸ ਸਟੱਡੀ ਦਾ ਸੋਲਰ ਸਿਸਟਮ। ਫਸਟ ਆਫ ਆਲ ਵੀ ਸਟੱਡੀ ਵਾਟ ਇਜ਼ ਪਲੈਨਟ। ਹੁਣ ਇਹ ਸੋਲਰ ਸਿਸਟਮ ਦੇ ਬਾਰੇ ਵਿੱਚ ਪੜ੍ਹਾਂਗੇ। ਫਸਟ ਹੈਗਾ ਵੀ ਸਭ ਤੋਂ ਪਹਿਲਾਂ ਜੀ ਪਲੈਨਟ ਕੀ ਹੁੰਦਾ। ਪਲੈਨਟ ਗ੍ਰੀਕ ਲੈਂਗੁਏਜ ਦਾ ਵਰਡ ਹੈ ਜਿਸ ਦਾ ਮੀਨਿੰਗ ਕੀ ਆ ਘੁੰਮ ਰਹੀਆਂ ਵਸਤਾਂ, ਘੁੰਮ ਰਹੀਆਂ ਚੀਜ਼ਾਂ। ਪਲੈਨਟ ਕੀ ਨੇ ਸਖਤ ਗੈਸਾਂ ਦੀਆਂ ਬੋਲਸ ਨੇਗੀਆਂ ਜੋ ਕਿ ਨੇ ਇੱਕ ਪਾਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਸਨ ਦੇ ਆਲੇ ਦੁਆਲੇ ਘੁੰਮਦੀਆਂ ਨੇ ਔਰ ਕੀ ਆ ਸਨ ਦੀ ਰੋਸ਼ਨੀ ਦੇ ਨਾਲ ਹੀ ਚਮਕਦੀਆਂ ਨੇ। ਇਨ ਆਵਰ ਸੋਲਰ ਸਿਸਟਮ ਦੇਅਰ ਆਰ 8 ਪਲੈਨਟ। ਸਨ ਇਜ਼ ਕ੍ਰੀਏਟਰ ਆਫ ਦੀਜ਼ ਪਲੈਨਟ। ਜਿਹੜੇ ਸੋਲਰ ਸਿਸਟਮ ਦੇ ਵਿੱਚ 8 ਪਲੈਨਟ ਨੇ ਔਰ ਜੋ ਸਨ ਆ ਇਹਨਾਂ 8 ਪਲੈਨਟ ਦਾ ਰਚਨਹਾਰਾ ਆ। ਜੋ ਇਹ ਪਲੈਨਟ ਨੇ ਇਹਨਾਂ ਦੇ ਨੇਮ ਨੇ ਗ੍ਰੀਕ ਦੇ ਜਿਹੜੇ ਦੇਵੀ ਦੇਵਤੇ ਸੀ ਉਹਨਾਂ ਦੇ ਨਾਂ 'ਤੇ ਰੱਖੇ ਗਏ ਨੇ ਤੇ ਇਹ ਸਾਈਜ਼ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਆ। ਅੱਗੇ ਦੇਖੋ ਟੇਬਲ ਬਣਿਆ ਆ ਜਿਹਦੇ ਵਿੱਚ 8 ਪਲੈਨਟ ਉਹਨਾਂ ਦਾ ਡਾਇਆਮੀਟਰ ਡਿਸਟੈਂਸ ਸੂਰਜ ਤੋਂ ਜੋ ਡਿਸਟੈਂਸ ਆ ਅਤੇ ਇਹਦੇ ਜੋ ਸੈਟੇਲਾਈਟਸ ਨੇ ਉਹ ਦਿੱਤੇ ਗਏ ਨੇ। ਫਸਟ ਹੈ ਮਰਕਰੀ। ਜੋ ਮਰਕਰੀ ਦਾ ਡਾਇਆਮੀਟਰ ਆ ਉਹ ਹੈ 4878 ਔਰ सन तो जो उसकी डिस्टेंस है वो है 58 किलोमीटर। और जो सैटेलाइट्स ने सैटेलाइट्स कितने ने 0। अगे है वीनस। वीनस का कुल डायामीटर कितना आ 12103 और जो सन तो इसकी डिस्टेंस है वो है 108 और ये सैटेलाइट्स कितने ने 0। नैक्सट है अर्थ। अर्थ का कुल डायामीटर है 12756 और जो सन तो इसकी डिस्टेंस है 150 और यदा एक सैटेलाइट आ सैटेलाइट जिसमें असीं की कहने मून। अगे है मार्स। मार्स का डायामीटर है 6786 और सन तो जो इसकी डिस्टेंस है 227। नैक्सट है जुपिटर। जुपिटर का डायामीटर है 1,42,984 और जो सन तो इसकी डिस्टेंस है 778 और ये जो कुल सैटेलाइट्स ने 63 मीनस जो जुपिटर है ये सब तो ज़्यादा सैटेलाइट्स ने 63। अगे सैटर्न जो इसका डायामीटर है 1,20,536 और जो इसकी डिस्टेंस है सन तो वो है 1,427 और ये कुल सैटेलाइट्स ने 47। अगे यूरेनस। यूरेनस का जो डायामीटर है 51,118 और जो इसकी सन तो डिस्टेंस है वो है 2,870 तो कुल सैटेलाइट्स ने 27। अगे नैपचून। नैपचून का जो डायामीटर है वो है 49,528 और जो सन तो इसकी डिस्टेंस है वो है 4,496 ते कुल सैटेलाइट्स ने 13 डायामीटर। अगे डायामीटर की हुंदा ए लाइन ड्रा इन द सेंटर ऑफ ए सर्कल थ्रू द पॉइंट ऑन द सर्कल इन ओपोजिट डायरैक्शन। डायामीटर ਉਹ ਇੱਕ ਸੈਂਟਰ ਸਰਕਲ ਦੇ ਵਿੱਚ ਸੈਂਟਰ ਕੇਂਦਰ ਦੇ ਵਿੱਚੋਂ ਲੈ ਕੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜੋ ਲਾਈਨ ਖਿੱਚੀ ਜਾਂਦੀ ਆ ਉਸ ਨੂੰ ਕਿਹਾ ਜਾਂਦਾ ਡਾਇਆਮੀਟਰ। From the table given above you can easily make out that the Jupiter is the largest planet। ਉੱਪਰ ਦਿੱਤੇ ਗਏ ਟੇਬਲ ਤੋਂ ਤਾਂ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਕਿ ਜਿਹੜਾ ਸਭ ਤੋਂ ਜਿਹੜਾ ਵੱਡਾ ਪਲੈਨਟ ਆ ਉਹ ਕਿਹੜਾ ਆ ਜੁਪੀਟਰ ਆ। ਨੈਕਸਟ ਸੈਕਿੰਡ ਕਿਹੜਾ ਆ ਸੈਟਰਨ। ਥਰਡ ਨੰਬਰ 'ਤੇ ਹੈ ਯੂਰੇਨਸ ਅਤੇ 4 ਨੰਬਰ 'ਤੇ ਨੈਪਚੂਨ। ਐਂਡ ਜਿਹੜੀ ਸਾਡੀ ਅਰਥ ਆ ਉਹਦਾ ਕਿੰਨਵਾਂ ਰੈਂਕ ਆਉਂਦਾ ਆ 5th। ਜਿਹੜਾ ਪਲੂਟੋ ਆ ਇਹ ਸਭ ਤੋਂ ਛੋਟਾ ਪਲੈਨਟ ਮੰਨਿਆ ਜਾਂਦਾ ਹੈ, ਸਭ ਤੋਂ ਛੋਟਾ ਪਲੈਨਟ ਆ ਬਟ ਇਸ ਨੂੰ ਕੀ ਆ ਜਿਹੜੇ ਸਾਇੰਟਿਸਟ ਨੇ ਉਸ ਨੂੰ ਪਲੈਨਟ ਦੀ ਸੂਚੀ ਦੇ ਵਿੱਚ ਨਹੀਂ ਰੱਖਦੇ। ਪਲੈਨਟ ਡੂ ਨੋਟ ਹੈਵ ਦੇਅਰ ਓਨ ਲਾਈਟ ਐਂਡ ਹੀਟ। ਜਿਹੜੇ ਪਲੈਨਟ ਨੇ ਉਹਨਾਂ ਦੀ ਆਪਣੀ ਰੌਸ਼ਨੀ ਨਹੀਂ ਹੈ,
ਆਪਣੀ ਲਾਈਟਨਿੰਗ ਇਹ ਕਾਹਦੀ ਰੋਸ਼ਨੀ ਦੇ ਨਾਲ ਚਮਕਦੇ ਨੇ ਫਿਰ ਸੂਰਜ ਦੀ ਰੋਸ਼ਨੀ ਦੇ ਨਾਲ। ਦ ਸਨ ਇਜ਼ ਵੈਰੀ ਲਾਰਜ ਐਂਡ ਹੌਟ ਇਟਸ ਸੈਵਰ ਹੀਟ ਕੈਨ ਨਾਟ ਬੀ ਫੈਲਟ ਡਿਊ ਟੂ ਇਟਸ ਲੌਂਗ ਡਿਸਟੈਂਸ ਫਰੋਮ ਦੀ ਅਰਥ। ਜੋ ਸਨ ਆ ਬਹੁਤ ਜ਼ਿਆਦਾ ਵੱਡਾ, ਬਹੁਤ ਜ਼ਿਆਦਾ ਗਰਮ ਆ, ਪਰ ਇਹਦੀ ਜਿਹੜੀ ਅਸਲ ਵਿੱਚ ਗਰਮੀ ਆ ਉਸਨੂੰ ਅਸੀਂ ਫੀਲ ਨਹੀਂ ਕਰ ਸਕਦੇ, ਮਹਿਸੂਸ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਧਰਤੀ ਤੋਂ ਬਹੁਤ ਜ਼ਿਆਦਾ ਦੂਰੀ ਦੇ ਉੱਪਰ ਸਥਿਤ ਆ। ਅਰਥ ਇਜ਼ ਐਪਰੋਕਸੀਮੇਟਲੀ 150 ਮਿਲੀਅਨ ਕਿਲੋਮੀਟਰ ਅਵੇ ਫਰੋਮ ਦਾ ਸਨ। ਜੋ ਅਰਥ ਹੈ ਧਰਤੀ ਤੋਂ ਕੀ ਆ ਸਨ ਹੈ ਧਰਤੀ ਤੋਂ ਲਗਭਗ 150 ਮਿਲੀਅਨ ਮਤਲਬ 15 ਕਰੋੜ ਕਿਲੋਮੀਟਰ ਦੂਰ ਆ, ਅਤੇ 1 ਮਿਲੀਅਨ ਦਾ ਮਤਲਬ ਹੁੰਦਾ 10 ਲੇਕ। ਅੱਗੇ ਦੇਖੋ ਜੋ ਇਹ ਤਸਵੀਰ ਦਿੱਤੀ ਗਈ ਆ ਇਹ ਹੈਗੀ ਆ ਸਾਡੇ ਸੋਲਰ ਸਿਸਟਮ ਦੀ, ਜਿਹਦੇ ਵਿੱਚ ਕੀ ਆ ਸਨ ਵੀ ਸਾਹਮਣੇ, ਸਨ ਦੇ ਨਾਲ ਨਾਲ ਜਿਹੜੇ ਸਾਡੇ 8 ਪਲੈਨਟ ਨੇ ਉਹ ਵੀ ਦਿੱਤੇ ਗਏ ਨੇ, ਜੋ ਕਿ ਨੇ ਜਿਹਨੇ ਧਰਤੀ ਦੇ ਜੋ ਨੇੜੇ ਆ ਉਹ ਨੇੜੇ ਦਿਖਾਇਆ ਗਿਆ, ਜੋ ਦੂਰ ਆ ਉਹ ਦੂਰ ਦਿਖਾਇਆ ਗਿਆ ਆ। ਫਸਟ ਦੇਖੋ ਮਰਕਰੀ, ਵੀਨਸ, ਅਰਥ, ਮਾਰਸ, ਉਸ ਅੱਗੇ ਯੂਰੇਨਸ, ਨੈਪਚੂਨ, ਸੈਟਰਨ, ਜੁਪੀਟਰ, ਪਲੂਟੋ, ਜੋ ਵੀ ਸਾਡੇ ਗ੍ਰਹਿ ਨੇ ਉਹਨਾਂ ਦੇ ਨਾਮ ਦਿੱਤੇ ਗਏ ਨੇ। You may think where did the sun come from? Scientists believe that sun is made of the moving gaseous clouds which is called nebula। ਜਿਹੜਾ ਤੁਸੀਂ ਸੋਚਦੇ ਹੋ ਕਿ ਜਿਹੜਾ ਸਨ ਆ ਜਾਂ ਸੂਰਜ ਆ ਕਿੱਥੋਂ ਆਇਆ, ਸਾਇੰਟਿਸਟ ਦਾ ਵਿਚਾਰ ਆ ਇਹ ਮੰਨਿਆ ਕਿ ਜਿਹੜੇ ਸਨ ਆ ਕਿੱਥੋਂ ਬਣਿਆ, ਜਿਹੜਾ ਆਕਾਸ਼ ਦੇ ਵਿੱਚ ਗੈਸਾਂ ਦੇ ਬੱਦਲ ਜਿਹੜੇ ਘੁੰਮ ਰਹੇ ਸੀ ਉਹਦੇ ਤੋਂ, ਜਿਨ੍ਹਾਂ ਨੂੰ ਨੇਬੂਲਾ ਕਿਹਾ ਜਾਂਦਾ ਆ, ਉਹਦੇ ਤੋਂ ਸਨ ਬਣਿਆ ਆ। ਇਸੇ ਤਰ੍ਹਾਂ ਇਸੇ ਇਹਨਾਂ ਹੀ ਬੱਦਲਾਂ ਤੋਂ, ਗੈਸਾਂ ਦੇ ਬੱਦਲਾਂ ਤੋਂ ਪਲੈਨਟ ਬਣੇ ਨੇ। ਜਿਹੜਾ ਸਨ ਆ ਬਹੁਤ ਜ਼ਿਆਦਾ ਵੱਡਾ ਆ ਅਤੇ ਆਪਣੀ ਗੁਰੂਤਾ ਆਕਰਸ਼ਣ ਸ਼ਕਤੀ ਦੇ ਨਾਲ ਸਾਰੇ ਜਿਹੜੇ ਪਲੈਨਟ ਨੇ ਉਹਨਾਂ ਦੀ ਮੂਵਿੰਗ ਨੂੰ ਕੰਟਰੋਲ ਕਰਦਾ ਆ। In the picture of solar system you will see that each and every planet in their respective planetary path in the same direction west to east। ਜਿਹੜੇ ਉੱਪਰ ਤੁਸੀਂ ਦੇਖੀ ਆਪਣੀ ਸੋਲਰ ਸਿਸਟਮ ਦੀ ਜੋ ਤਸਵੀਰ ਬਣੀ ਹੋਈ ਆ ਉਹਦੇ ਵਿੱਚ ਜਿਹੜੇ ਸਾਰੇ ਪਲੈਨਟ ਨੇ ਉਹਨਾਂ ਦਾ ਇੱਕ ਪਲੈਨਟਰੀ ਪਥ ਆ। ਪਲੈਨਟਰੀ ਪਥ ਮਤਲਬ ਮਾਰਗ ਆ, ਉਹ ਰਸਤਾ ਆ ਜਿੱਥੇ ਉਹ ਘੁੰਮਦੇ ਨੇ, ਮੂਵ ਕਰਦੇ ਨੇ ਸੂਰਜ ਦੇ ਦੁਆਲੇ, ਕਿਹੜੀ ਦਿਸ਼ਾ ਦੇ ਵਿੱਚ, ਵੈਸਟ ਟੂ ਈਸਟ ਦਿਸ਼ਾ ਦੇ ਵਿੱਚ। ਇਸੇ ਤਰ੍ਹਾਂ ਹੁਣ ਜਿਹੜੀ ਅਰਥ ਆ ਇਹ ਵੀ ਧਰਤੀ ਦੇ ਸੂਰਜ ਦੇ ਦੁਆਲੇ ਚੱਕਰ ਕੱਟਦੀ ਆ, ਸਾਡੀ ਧਰਤੀ ਆ ਜਾਂ ਅਰਥ ਆ, ਇਹਨੂੰ ਕੀ ਆ ਇੱਕ ਚੱਕਰ ਪੂਰਾ ਕਰਨ ਲਈ 365 ਹਾਫ ਜਿਹੜਾ ਡੇਜ਼ ਆ ਲੱਗਦੇ ਆ ਇੱਕ ਆਪਣਾ ਸਰਕਲ ਪੂਰਾ ਕਰਨ ਦੇ ਲਈ। ਅੱਗੇ ਮਰਕਰੀ ਵਿਚ ਇਜ਼ ਦਾ ਨੀਅਰੈਸਟ ਪਲੈਨਟ, ਜਿਹੜਾ ਮਰਕਰੀ ਆ ਸੂਰਜ ਦੇ ਸਭ ਤੋਂ ਜ਼ਿਆਦਾ ਨਜ਼ਦੀਕ ਆ, ਜਿਹਦੇ ਕਾਰਨ ਕੀ ਆ ਇਹਨੂੰ ਆਪਣਾ ਇੱਕ ਸਰਕਲ ਪੂਰਾ ਕਰਨ ਦੇ ਲਈ 88 ਡੇਜ਼ ਲੱਗਦੇ ਨੇ। ਪਲੂਟੋ ਆ ਸਭ ਤੋਂ ਜ਼ਿਆਦਾ ਦੂਰ ਆ, ਉਸ ਨੂੰ ਸੂਰਜ ਦੁਆਲੇ ਚੱਕਰ ਕੱਟਣ ਦੇ ਲਈ 248 ਸਾਲ ਜਿਹੜੇ ਨੇ ਲੱਗ ਜਾਂਦੇ ਨੇ। ਹੁਣ ਕੀ ਆ ਕਹਿੰਦੇ ਜਿੰਨਾ ਸੂਰਜ ਤੋਂ ਕੋਈ ਪਲੈਨਟ ਦੂਰ ਆ ਉਸੇ ਅਕੋਰਡਿੰਗ ਉਹ ਆਪਣਾ ਜਿਹੜਾ ਇੱਕ ਚੱਕਰ ਆ ਸੂਰਜ ਦੁਆਲੇ ਪੂਰਾ ਕਰਦਾ ਆ। ਪ੍ਰੀਵੀਅਸਲੀ ਅਰਥ ਵਾਜ ਕੰਸਾਈਡਰਡ ਟੂ ਬੀ ਦਾ ਸੈਂਟਰ ਆਫ ਦਾ ਸੋਲਰ ਸਿਸਟਮ ਐਂਡ ਅਕੋਰਡਿੰਗਲੀ ਦਾ ਸਨ ਰਿਵੋਲਵਡ ਅਰਾਊਂਡ ਦਾ ਅਰਥ। ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਜਿਹੜੀ ਧਰਤੀ ਕੇਂਦਰ ਦੇ ਵਿੱਚ ਸਥਿਤ ਆ ਅਤੇ ਜੋ ਸੂਰਜ ਆ ਇਹ ਧਰਤੀ ਦੇ ਦੁਆਲੇ ਚੱਕਰ ਕੱਟਦਾ, ਪਰ ਬਾਅਦ ਵਿੱਚ ਕੀ ਹੋਇਆ ਜਿਹੜੇ ਸਾਇੰਟਿਸਟ ਸੀਗੇ ਕੋਪਰਨਿਕਸ ਅਤੇ ਗੈਲੀਲੀਓ ਉਹਨਾਂ ਨੇ ਇਹ ਸਿੱਧ ਕੀਤਾ ਆ ਕਿ ਜਿਹੜਾ ਸੂਰਜ ਆ ਉਹ ਕੀ ਆ ਸੋਲਰ ਸਿਸਟਮ ਦੇ ਸੈਂਟਰ ਦੇ ਵਿੱਚ ਸਥਿਤ ਆ। ਅਰਥ ਦੇ ਨਾਲ ਜਿਹੜੇ ਬਾਕੀ ਪਲੈਨਟ ਨੇ ਉਹ ਸੂਰਜ ਦੇ ਦੁਆਲੇ ਚੱਕਰ ਕੱਟਦੇ ਰਹਿੰਦੇ ਆ। ਦੇਖੋ ਬੱਚੇ ਹੁਣ ਧਿਆਨ ਦੇ ਨਾਲ ਇਸ ਲੈਸਨ ਨੂੰ ਤੁਸੀਂ ਨੇ ਪਹਿਲਾਂ ਚੰਗੀ ਤਰ੍ਹਾਂ ਸੁਣਨਾ ਆ, ਫਿਰ ਖੁਦ ਰੀਡ ਕਰਨਾ ਆ ਅਤੇ ਜੋ ਤੁਹਾਨੂੰ ਵਰਕਸ਼ੀਟ ਦਿੱਤੀ ਆ ਉਸ ਨੂੰ ਤੁਸੀਂ ਖੁਦ ਸੋਲਵ ਕਰਨਾ ਹੈ। ਥੈਂਕ ਯੂ ਸਟੂਡੈਂਟਸ, ਹੈਵ ਏ ਨਾਈਸ ਡੇ।